ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦਿਸੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾ ਮੁੱਦਾ ਤੁਹਾਡੇ ਨਾਲ ਸਾਂਝਾ ਕਰਨਾ ਵੈਸਟ ਜੈਟ ਤੇ ਇਹਦੇ ਪਾਇਲਟਾਂ ਦੀ ਜਿਹੜੀ ਹੜਤਾਲ ਸੀ ਉਹਦੇ ਬਾਰੇ ਦੇ ਵਿੱਚ। ਤੁਹਾਨੂੰ ਪਤਾ ਪਿਛਲੇ ਕਾਫੀ ਦਿਨਾਂ ਤੋਂ ਅਸੀਂ ਖਬਰਾਂ ਸਾਂਝੀਆਂ ਕਰ ਰਹੇ ਸੀ ਕਿ ਵੈਸਟ ਜੈਟ ਦੇ ਪਾਇਲਟ ਸਟ੍ਰਾਈਕ ਦੇ ਉੱਤੇ ਜਾ ਸਕਦੇ ਆ। ਗੱਲਬਾਤ ਚੱਲ ਰਹੀ ਸੀ ਪਰ ਜਿਹੜੀ ਗੱਲਬਾਤ ਇਹਨਾਂ ਦੀ ਸਿਰੇ ਕੰਢੇ ਨਹੀਂ ਚੜ੍ਹ ਰਹੀ ਸੀ। ਹੁਣ ਇੱਕ ਟੈਂਟੇਟਿਵ ਐਗਰੀਮੈਂਟ ਇਹਨਾਂ ਦਾ ਹੋ ਗਿਆ, ਜਿਹਦਾ ਦੂਜਾ ਮਤਲਬ ਇਹ ਆ ਕਿ ਇਹ ਸਟ੍ਰਾਈਕ ਟਲ ਗਈ ਆ, ਨਹੀਂ ਤਾਂ ਅੱਜ ਤੋਂ ਇਹ ਸਟ੍ਰਾਈਕ ਸ਼ੁਰੂ ਹੋ ਜਾਣੀ ਸੀ ਤੇ ਇਹਦਾ ਜਿਹੜੀ ਹਵਾਈ ਆਵਾਜਾਈ ਆ ਉਹਦੇ ਉੱਤੇ ਬਹੁਤ ਵੱਡਾ ਅਸਰ ਪੈਣਾ ਸੀ। ਕੈਨੇਡਾ ਦੇ ਵਿੱਚ ਦੋ ਹੀ ਵੱਡੀਆਂ ਜਿਹੜੀਆਂ ਏਅਰਲਾਈਨਸ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਸਾਰਾ ਚੱਲਦਾ। ਵੱਡਾ ਸ਼ੇਅਰ ਜਿਹੜਾ ਇਹਨਾਂ ਦੋਵਾਂ ਦੇ ਕੋਲ ਆ, ਇੱਕ ਵੈਸਟ ਜੈਟ ਤੇ ਦੂਜੀ ਆਪਣੇ ਏਅਰ ਕੈਨੇਡਾ, ਤੇ ਅਸਰ ਤੇ ਬਹੁਤ ਵੱਡਾ ਪੈ ਚੁੱਕਿਆ। ਕੱਲ੍ਹ ਦੀਆਂ ਵੈਸਟ ਜੈਟ ਨੇ ਜਿਹੜੀਆਂ ਫਲਾਈਟਾਂ ਕੈਂਸਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਵੀ ਜਾਂ ਸਾਨੂੰ ਪਤਾ ਸਾਡੇ ਪਾਇਲਟ ਸਟ੍ਰਾਈਕ ਤੇ ਜਾ ਰਹੇ ਆ, ਜਿਹੜੀਆਂ ਫਲਾਈਟਾਂ ਬੁੱਕ ਵੀ ਹੋਈਆਂ ਉਹਨਾਂ ਨੂੰ ਕੈਂਸਲ ਕਰ ਦਿੱਤਾ ਜਾਵੇ ਜਾਂ ਜਿਹੜੇ ਯਾਤਰੀ ਆ ਉਹਨਾਂ ਨੂੰ ਵੀ ਕੁਛ ਨਾ ਕੁਛ ਦੱਸ ਦਿੱਤਾ ਜਾਵੇ। ਦੂਜਾ ਰੌਲਾ ਇਹ ਆ ਵੀ ਇਹ ਲੌਂਗ ਵੀਕਐਂਡ ਆ, ਸੋਮਵਾਰ ਵਿਕਟੋਰੀਆ ਡੇ ਆ ਤੇ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਅੱਜ ਬਾਹਰ ਨਿਕਲਣਾ ਸੀ, ਉਹਨਾਂ ਦੇ ਜਿਹੜੇ ਸਾਰੇ ਪਲਾਨ ਸੀ ਉਹਨਾਂ ਦਾ ਕੀ ਬਣਿਆ। ਫਿਰ ਇਹਨਾਂ ਨੇ ਆਪਣੇ ਜਹਾਜ਼ ਵੀ ਥਾਂ ਸਿਰ ਲਾਉਣੇ ਸ਼ੁਰੂ ਕਰ ਦਿੱਤੇ ਸੀ ਵੀ ਇੱਦਾਂ ਨਾ ਹੋਵੇ ਕੋਈ ਕਿਤੇ ਖੜਾ ਕੋਈ ਕਿਤੇ ਖੜਾ। ਇਹਨਾਂ ਨੂੰ ਪਹਿਲਾਂ ਹੀ ਉਸ ਹਿਸਾਬ ਦੇ ਨਾਲ ਦੇਖਿਆ ਕਿਉਂਕਿ ਉਹਦਾ ਕਿਰਾਇਆ ਪੈਣਾ, ਜੇਕਰ ਕਿੰਨੇ ਚਿਰ ਹੜਤਾਲ ਦਾ ਪਤਾ ਕੋਈ ਨਹੀਂ ਕਿੰਨਾ ਚਿਰ ਚੱਲਣੀ ਸੀ ਜੇ ਸ਼ੁਰੂ ਹੋ ਜਾਂਦੀ। ਇਹਦਾ ਮਤਲਬ ਇਹ ਆ ਕਿ ਇਹਨਾਂ ਨੇ ਉਹ ਵੀ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਸੀ। ਸ਼ਾਇਦ ਇਹਨਾਂ ਸਾਰੇ ਪ੍ਰਬੰਧਾਂ ਦਾ ਇਹਨਾਂ ਪਾਇਲਟਾਂ ਦੇ ਉੱਤੇ ਜਾਂ ਯੂਨੀਅਨ ਦੇ ਉੱਤੇ ਅਸਰ ਪਿਆ ਵੀ ਇਹ ਇਸ ਗੱਲ ਦੇ ਲਈ ਸਹਿਮਤ ਹੋ ਗਏ। ਸੋ ਜਿਹੜੀ ਇਹਨਾਂ ਦੀ ਵੈਸਟ ਜੈਟ ਤੇ ਦੇ ਪਾਇਲਟਾਂ ਦੀ ਜਿਹੜੀ ਨੁਮਾਇੰਦਗੀ ਕਰ ਰਹੀ ਯੂਨੀਅਨ ਆ, ਇਹਨਾਂ ਦੇ ਜਿਹੜਾ ਸਮਝੌਤਾ ਹੋ ਗਿਆ ਤੇ ਹੜਤਾਲ ਇਸ ਵੇਲੇ ਟਲ ਗਈ ਆ। ਅੱਜ ਦਾ ਅਲਟੀਮੇਟਮ ਸੀ, ਵੈਸਟ ਜੈਟ ਨੇ ਆਪਣੀਆਂ 1/3 ਫਲਾਈਟਾਂ ਪਹਿਲਾਂ ਹੀ ਰੱਦ ਕਰ ਦਿੱਤੀਆਂ ਸੀ। ਜਿਹੜੀ ਏਅਰਲਾਈਨ ਪਾਇਲਟ ਐਸੋਸੀਏਸ਼ਨ ਵੈਸਟ ਜੈਟ ਦੇ ਜਿਹੜੇ ਪਾਇਲਟਾਂ ਦੀ ਨੁਮਾਇੰਦਗੀ ਕਰਦੀ ਆ, ਇਹਨਾਂ ਨੇ ਸੋਮਵਾਰ ਨੂੰ 72 ਘੰਟਿਆਂ ਵਿੱਚ ਹੜਤਾਲ ਦਾ ਨੋਟਿਸ ਦੇ ਦਿੱਤਾ ਸੀ ਵੀ ਸ਼ੁੱਕਰਵਾਰ 2 ਵਜੇ ਆਪਾਂ ਹੜਤਾਲ ਸ਼ੁਰੂ ਕਰ ਦੇਣੀ ਆ। ਪਾਇਲਟ ਵੀ ਬਹੁਤ ਜ਼ਿਆਦਾ ਨੇ ਇਸ ਫੀਲਡ ਦੇ ਵਿੱਚ ਜਿਹੜੇ ਇਸ ਯੂਨੀਅਨ ਨਾਲ ਜੁੜੇ ਆ। 1850 ਦੇ ਕਰੀਬ ਪਾਇਲਟਾਂ ਨੇ ਹੜਤਾਲ ਦੇ ਉੱਤੇ ਚਲੇ ਜਾਣਾ ਸੀ। ਇਸ ਖੇਤਰ ਦੇ ਵਿੱਚ ਪਾਇਲਟ ਵੈਸੇ ਹੀ ਨਹੀਂ ਮਿਲ ਰਹੇ ਜਿਹੜੇ ਜਿਹੜੀਆਂ ਇਹ ਨੌਕਰੀਆਂ ਨੇ, ਪਹਿਲਾਂ ਹੀ ਇਹਨਾਂ ਦੇ ਵਿੱਚ ਸਟਾਫ ਦੀ ਘਾਟ ਆ। ਯੂਨੀਅਨ ਮੰਗ ਰਹੀ ਸੀ ਵੀ ਸਾਡੀ ਤਨਖਾਹ ਵਧਾਈ ਜਾਵੇ, ਥੋੜ੍ਹੀ ਜਿਹੀ ਤਨਖਾਹ ਵਧਾਈ ਜਾਵੇ, ਜਿਹੜੀ ਜੌਬ ਸਿਕਿਉਰਿਟੀ ਆ ਉਹਦਾ ਸਾਨੂੰ ਪਤਾ ਲੱਗੇ, ਜਿਹੜੀ ਸਕੈਜੂਲਿੰਗ ਆ ਕਿ ਇਹਨੇ ਕਿਹੜਾ ਕਦੋਂ ਜਹਾਜ਼ ਉਡਾਉਣਾ, ਇਹਦੇ ਮਾਮਲੇ ਦੇ ਵਿੱਚ ਇਹਨਾਂ ਦੀਆਂ ਕੁਛ ਸ਼ਰਤਾਂ ਸੀਗੀਆਂ। ਰਾਤੀ 10 ਕੁ ਵਜੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਇਹਨਾਂ ਨੇ ਕਿਹਾ ਵੀ 9 ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਇੱਕ ਅਸਥਾਈ, ਪੱਕਾ ਹੱਲ ਨਹੀਂ ਹਜੇ ਹੋਇਆ ਪਰ ਅਸਥਾਈ ਸਮਝੌਤਾ ਹੋ ਗਿਆ, ਤੇ ਜਿਹਦਾ ਮਤਲਬ ਇਹ ਆ ਵੀ ਸਟ੍ਰਾਈਕ ਨਹੀਂ ਹੋਊਗੀ। ਇਸ ਕਰਕੇ ਇਹ ਇਸ ਵੇਲੇ ਗੱਲਬਾਤ ਕਰ ਰਹੇ ਸੀ ਕਿਉਂਕਿ ਪਾਇਲਟਾਂ ਨੂੰ ਵੀ ਪਤਾ ਵੀ ਆ ਲੌਂਗ ਵੀਕਐਂਡ ਆ ਤੇ ਲੌਂਗ ਵੀਕਐਂਡ ਦੇ ਉੱਤੇ ਲੋਕਾਂ ਨੇ ਟਰੈਵਲ ਬਹੁਤ ਕਰਨਾ, ਤੇ ਇਸ ਕਰਕੇ ਵੀ ਇਹ ਖਾਸ ਤੌਰ ਦੇ ਉੱਤੇ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਨੇ ਸਟ੍ਰਾਈਕ ਦੀ ਗੱਲਬਾਤ ਕੀਤੀ ਸੀ। ਸੋ ਹੁਣ ਉਹ ਲੱਗਦਾ ਕਿ ਪ੍ਰੈਸ਼ਰ ਜਿਹੜਾ ਬਿਲਡ ਹੋ ਗਿਆ ਸੀ। ਵੈਸਟ ਜੈਟ ਦੇ CEO ਨੇ ਅਲੈਕਸਿਸ ਵੌਨ ਹੋਜ਼ਨਬਰੋਇਕ ਜਿਹੜੇ CEO ਨੇ, ਉਹ ਕਹਿੰਦੇ ਵੀ ਅਸੀਂ ਜਿਹੜਾ ਇਹ ਇੱਕ ਟੈਂਟੇਟਿਵ ਡੀਲ ਕੀਤੀ ਆ ਇਹਦੇ ਤਹਿਤ ਤਨਖਾਹ ਵਧਾਵਾਂਗੇ, ਜੌਬ ਸਿਕਿਉਰਿਟੀ ਵੀ ਹੋਊਗੀ ਤੇ ਜਿਹੜੀਆਂ ਸਥਿਤੀਆਂ ਜਿੱਥੇ ਕੰਮਕਾਰ ਕਰਨਾ ਉੱਥੇ ਵੀ ਅਸੀਂ ਕੋਈ ਨਾ ਕੋਈ ਸੁਧਾਰ ਕਰਾਂਗੇ। ਜਿਹੜੀ ਵੈਬਸਾਈਟ ਆ ਫਲਾਈਟਵੇਅਰ, ਉਹਦੇ ਅਨੁਸਾਰ ਹੁਣ ਸ਼ੁੱਕਰਵਾਰ ਸਵੇਰ ਤੱਕ ਵੈਸਟ ਜੈਟ 109 ਫਲਾਈਟਾਂ ਰੱਦ ਕਰ ਚੁੱਕੀ ਆ ਤੇ ਜਿਹੜੀਆਂ ਜ਼ਿਆਦਾ ਫਲਾਈਟਾਂ ਸੀਗੀਆਂ ਟੋਰਾਂਟੋ ਤੇ ਕੈਲਗਰੀ ਤੋਂ ਬਾਹਰ ਸੀਗੀਆਂ। ਏਅਰਲਾਈਨ ਇਹ ਕਹਿ ਰਹੀਆਂ ਨੇ ਕਿ ਜਿੰਨੀ ਜਲਦੀ ਤੇ ਹੋ ਸਕੇ ਅਸੀਂ ਦੁਬਾਰਾ ਹਾਲਤ ਦੇ ਵਿੱਚ ਆ ਰਹੇ ਹਾਂ, ਪਰ ਹੁਣ ਕਿਉਂਕਿ ਇਹ ਕੰਮ ਇੰਨਾ ਸੌਖਾ ਨਹੀਂ, ਇੱਕ ਵਾਰੀ ਉਹਨਾਂ ਨੇ ਸਟ੍ਰਾਈਕ ਦਾ ਨੋਟਿਸ ਦੇ ਦਿੱਤਾ, ਇਹਨਾਂ ਨੇ ਫਲਾਈਟਾਂ ਕੈਂਸਲ ਕਰ ਦਿੱਤੀਆਂ। ਹੁਣ ਇੱਕ ਥਾਂ ਦੇ ਉੱਤੇ ਜਾ ਕੇ ਇਹ ਜਿਹੜੀਆਂ ਫਲਾਈਟਾਂ ਨੇ ਉਹ ਦੁਬਾਰਾ ਰਿਜ਼ਿਊਮ ਕਰਨ ਦੇ ਲਈ ਸਮਾਂ ਲੱਗਣਾ। ਸੋ ਇੱਕ ਵਾਰੀ ਡਿਸਟਰਪਸ਼ਨ ਤਾਂ ਹੋਈ ਆ, ਲੋਕਾਂ ਨੂੰ ਵੀ ਔਖ ਹੋਈ ਆ, ਜਿਹੜੀਆਂ ਫਲਾਈਟਾਂ ਰੱਦ ਹੋ ਗਈਆਂ ਦੁਬਾਰਾ ਉਹ ਕਿੱਦਾਂ ਜਾਣਗੇ ਕਿਉਂਕਿ ਪਲਾਨ ਇਸ ਵੀਕਐਂਡ ਦਾ ਸੀ ਸਾਰਿਆਂ ਦਾ। ਫੈਡਰਲ ਲੇਬਰ ਮਿਨਿਸਟਰ ਨੇ ਸੀਮਸ ਓਰੀਗਨ, ਉਹਨਾਂ ਨੇ ਐਲਾਨ ਕੀਤਾ, ਉਹਦੇ ਤੋਂ ਬਾਅਦ ਟਵੀਟ ਕੀਤਾ ਤੇ ਦੋਵਾਂ ਧਿਰਾਂ ਨੂੰ ਵਧਾਈ ਵੀ ਦਿੱਤੀ ਆ। ਦੂਜਾ ਇਹ ਆ ਕਿ ਫੈਡਰਲ ਸਰਕਾਰ ਦੇ ਇਹਦੀ ਜਿਹੜੀ ਵਿਚੋਲਗੀ ਸੀਗੀ ਵਿੱਚ, ਉਸ ਗੱਲ ਦੀ ਵੀ ਤਾਰੀਫ ਕੀਤੀ ਗਈ ਆ। ਹੁਣ ਹੋ ਤਾਂ ਗਿਆ ਇਹ ਸਾਰਾ ਕੁਛ, ਪਰ ਕੁਛ ਦਿਨ ਲੱਗਣਗੇ ਇਹਨਾਂ ਨੂੰ ਫੁੱਲ ਆਪਰੇਸ਼ਨ ਦੇ ਵਿੱਚ ਆਉਣ ਦੇ ਲਈ, ਜਿਹੜੇ ਏਵੀਏਸ਼ਨ ਐਕਸਪਰਟ ਆ ਉਹ ਇਹ ਦੱਸ ਰਹੇ ਆ। ਫਲਾਈਟਾਂ ਦੇ ਵਿੱਚ ਫਰਕ ਵੀ ਬਹੁਤ ਪੈ ਗਿਆ ਸੀ ਆ ਵੀਕਐਂਡ ਦੇ ਉੱਤੇ, ਫਲਾਈਟਾਂ ਮਹਿੰਗੀਆਂ ਬਹੁਤ ਹੋ ਗਈਆਂ ਸੀ, ਖਾਸ ਕਰ ਜਿਹੜੀਆਂ ਡੋਮੈਸਟਿਕ ਫਲਾਈਟਸ ਆ ਇੱਥੇ, ਇਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪਿਆ ਸੀ। ਹੁਣ ਜਦੋਂ ਜਿਹੜੀ ਇਹ ਪਾਇਲਟ ਯੂਨੀਅਨ ਆ ਇਹ ਇੱਕ ਟੈਂਟੇਟਿਵ ਡੀਲ ਦੇ ਉੱਤੇ ਪਹੁੰਚ ਗਈ ਆ, ਸਹਿਮਤ ਹੋ ਗਈ ਆ, ਤਾਂ ਉਹਦੇ ਤੋਂ ਬਾਅਦ ਕੁਛ ਨਾ ਕੁਛ ਜਿਹੜਾ ਚੰਗਾ ਆ ਉਹ ਲੱਗਦਾ ਹੈ ਕਿ ਹੁਣ ਭਾਵੇਂ ਥੋੜ੍ਹੇ ਦਿਨ ਲੱਗ ਸਕਦੇ ਇਹਨਾਂ ਨੂੰ ਦੁਬਾਰਾ ਟਰੈਕ ਦੇ ਉੱਤੇ ਆਉਣ ਦੇ ਲਈ, ਪਰ ਇੱਕ ਸਮਾਂ ਜਿਹੜਾ ਨਿਸ਼ਚਿਤ ਹੋ ਗਿਆ ਕਿ ਤੁਸੀਂ ਉਦੋਂ ਤੱਕ
ਉਹਦੇ ਉੱਤੇ ਟਰੈਕ ਦੇ ਉੱਤੇ ਆ ਜਾਓਗੇ ਜੇ ਸਟ੍ਰਾਈਕ ਹੋ ਜਾਂਦੀ, ਕਿਉਂਕਿ ਪਹਿਲਾਂ ਤੁਹਾਨੂੰ ਪਤਾ ਕਿ ਜਿਹੜੇ ਮੁਲਾਜ਼ਮਾਂ ਦੀ ਸਟ੍ਰਾਈਕ ਹੋ ਕੇ ਹਟੀ ਹੈ 1.5 ਲੱਖ ਦੇ ਕਰੀਬ ਉਹ ਮੁਲਾਜ਼ਮ ਸੀਗੇ, ਫਿਰ CR ਵਾਲੇ ਰਹਿ ਗਏ ਸੀ, ਫਿਰ ਉਹਨਾਂ ਦੀ ਹੋਈ ਆ, ਉਹਦਾ ਸਾਰੇ ਕੁਝ ਦਾ ਅਸਰ ਅਲਟੀਮੇਟਲੀ ਭੁਗਤਾਨ ਲੋਕਾਂ ਨੂੰ ਭੁਗਤਣਾ ਪੈਂਦਾ, ਅਸਰ ਇਹਦਾ ਲੋਕਾਂ ਦੇ ਉੱਤੇ ਪੈਂਦਾ। ਜਿਵੇਂ ਇੱਥੇ ਵੀ ਜਿਹੜੀ ਕੈਂਸਲੇਸ਼ਨ ਹੋਈ ਆ ਤੇ ਕੁਦਰਤੀ ਤੌਰ ਦੇ ਉੱਤੇ ਜਿਹੜਾ ਪੂਰੇ ਦਾ ਪੂਰਾ ਬਣਾਇਆ ਪ੍ਰੋਗਰਾਮ ਕਿਸੇ ਦਾ ਰਹਿ ਜਾਣਾ ਫਲਾਈਟਾਂ ਕਰਕੇ, ਉਹਦੇ ਉੱਤੇ ਵੱਡਾ ਅਸਰ ਪਿਆ। ਪਰ ਚੰਗੀ ਗੱਲ ਆ ਵੀ ਜਿੰਨਾ ਕੁ ਨੁਕਸਾਨ ਹੋਣਾ ਸੀ ਲੋਕਾਂ ਦਾ ਹੋ ਗਿਆ, ਜਿਹੜਾ ਉਹਨਾਂ ਦੀ ਡਿਸਟਰਪਸ਼ਨ ਹੋਣੀ ਸੀ ਹੋ ਗਈ। ਪਰ ਹੁਣ ਵੱਡੀ ਗੱਲ ਆ ਕਿ ਇਹ ਹੜਤਾਲ ਜਿਹੜੀ ਆ ਖਤਮ ਹੋ ਜਾਊਗੀ। ਖਤਮ ਕੀ ਹੋਣੀ, ਅਸਲ 'ਚ ਸ਼ੁਰੂ ਹੀ ਨਹੀਂ ਹੋਈ, ਜਾਂ ਇੱਦਾਂ ਕਹਿ ਲਓ ਕਿ ਸ਼ੁਰੂ ਹੋਣ ਤੋਂ ਬਚ ਜਾਊਗੀ ਤੇ ਲੋਕਾਂ ਦਾ ਵੀ ਬਚਾਅ ਹੋਊਗਾ। ਅਗਲੀ ਗੱਲਬਾਤ ਐਮਰਜੈਂਸੀ ਕਾਲਸ ਬਾਰੇ ਆ। ਐਮਰਜੈਂਸੀ ਕਾਲ ਸੈਂਟਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਦੇਖ ਰਹੇ ਆ ਕਿ ਜਿਹੜੇ 911 ਕਾਲ ਕਰਨ ਵਾਲੇ ਆ ਉਹ ਕਾਫੀ ਜ਼ਿਆਦਾ ਗਲਤ ਕਾਲਾਂ ਆ ਰਹੀਆਂ, ਤੇ ਇਹਦਾ ਇਹ ਦੱਸਦੇ ਇਹ ਆ ਕਿ ਜਿਹੜਾ ਐਂਡਰੋਇਡ ਸਮਾਰਟਫੋਨ ਆ ਉਹਦਾ ਇਹ ਰੀਜ਼ਨ ਦੱਸਿਆ ਜਾ ਰਿਹਾ ਵੀ ਉਹਦੇ ਵਿੱਚੋਂ ਇਹ ਕਾਲ ਹੋ ਜਾਂਦੀ ਹੈ। ਇਹ ਲੋਕਾਂ ਨੂੰ ਇਹ ਕਹਿ ਰਿਹਾ ਕਿ ਇੱਕ ਅੱਖ ਆਪਣੀ ਧਿਆਨ ਦੇ ਨਾਲ ਫੋਨ ਦੇ ਉੱਤੇ ਰੱਖੋ ਤੇ ਉਹਨੂੰ ਨੋਟਿਸ ਕਰੋ, ਉਹਦੇ ਵਿੱਚ ਜੇ ਕੋਈ ਚੇਂਜ ਕਰਨ ਵਾਲੀ ਆ ਤਾਂ ਉਹ ਕਰ ਲਓ। ਜਿਹੜੇ ਫੋਨ ਨੇ ਅੱਜ ਕੱਲ੍ਹ ਇਹਨਾਂ ਦੇ ਵਿੱਚ ਕਈ ਵਾਰੀ ਤਾਂ ਜੇ ਤੁਹਾਡੀ ਵੌਇਸ ਐਕਟੀਵੇਟ ਹੋਈ ਹੈ ਉਹਦੇ ਉੱਤੇ ਸੀਰੀ ਐਕਟੀਵੇਟ ਕੀਤੀ ਹੈ ਜਾਂ ਤੁਸੀਂ ਇਸ ਤਰ੍ਹਾਂ ਕੀਤਾ ਹੈ, ਤੇ ਜੇ ਤੁਸੀਂ ਵੈਸੇ ਸਧਾਰਨ ਗੱਲਬਾਤ ਦੇ ਵਿੱਚ ਵੀ ਤੁਹਾਡੇ ਮੂੰਹੋਂ ਇਹ ਨਿਕਲ ਗਿਆ ਕਾਲ 911, ਤੁਹਾਡੇ ਕੋਲ ਪਿਆ ਫੋਨ ਤੁਹਾਡਾ ਉਸੇ ਵੇਲੇ ਨੰਬਰ ਡਾਇਲ ਕਰ ਦਿੰਦਾ। ਹੁਣ ਨੰਬਰ ਡਾਇਲ ਹੋ ਚੁੱਕਾ ਹੈ, ਉਸ ਤੋਂ ਬਾਅਦ ਪਤਾ ਕੁਛ ਨਹੀਂ ਲੱਗਦਾ, ਬੰਦਾ ਫੋਨ ਕੱਟ ਦਿੰਦਾ ਵੀ ਗਲਤੀ ਨਾਲ ਡਾਇਲ ਹੋਇਆ। ਜਦੋਂ ਉਹ ਫੋਨ ਕਰਦੇ ਆ ਜਾਂ ਤਾਂ ਤੁਸੀਂ ਚੱਕਦੇ ਨਹੀਂ, ਜੇ ਤੁਹਾਡੇ ਤੱਕ ਫੋਨ ਨਹੀਂ ਪਹੁੰਚਦਾ ਫਿਰ ਉਹਨਾਂ ਨੂੰ ਆਪ ਆਉਣਾ ਪੈਂਦਾ, ਆਉਣਾ ਸਾਰਿਆਂ ਨੂੰ ਪੈਂਦਾ, ਪੁਲਿਸ ਐਂਬੂਲੈਂਸ ਤੇ ਫਾਇਰ ਵਾਲੇ ਸਾਰੇ। ਹੁਣ ਉਹ ਹੋ ਸਕਦਾ ਉਹਨਾਂ ਨੇ ਉਸ ਵੇਲੇ ਕਿਤੇ ਹੋਰ ਜਾਣਾ ਹੋਵੇ, ਜ਼ਰੂਰੀ ਜਿੱਥੇ ਸੱਚਮੁੱਚ ਲੋੜ ਹੋਵੇ ਉਸ ਥਾਂ ਦੇ ਉੱਤੇ ਕੋਈ ਰਹਿ ਜਾਵੇ ਤੇ ਤੁਹਾਡੇ ਫੋਨ ਕਰਕੇ ਉਹ ਇਧਰਲੇ ਪਾਸੇ ਆਉਂਦੇ ਤੇ ਇੱਕ ਇੱਕ ਕਰਕੇ ਫਿਰ ਇਹ ਗਿਣਤੀ ਜਿਹੜੀ ਆ ਵੱਧਦੀ ਜਾਂਦੀ ਆ। ਹੁਣ ਇਹਦੇ ਵਿੱਚ ਇੱਕ ਫੀਚਰ ਆ ਜਿਹੜਾ ਐਂਡਰੋਇਡ ਆ ਕਿ ਜਿਹੜਾ ਪਾਵਰ ਬਟਨ ਹੁੰਦਾ ਉਹਨੂੰ ਤੁਸੀਂ ਜੇ 5 ਵਾਰੀ ਦੱਬ ਦਿਓ ਤੇ ਉਹ ਆਪਣੇ ਆਪ ਹੀ ਜਿਹੜਾ ਫੋਨ ਡਾਇਲ ਹੋ ਜਾਂਦਾ 911 ਦੇ ਉੱਤੇ। ਜਿਹੜੇ ਆਈਫੋਨ ਆ ਉਹਨਾਂ ਦੇ ਉੱਤੇ ਵੀ ਕਈ ਆਪਸ਼ਨਸ ਹੁੰਦੀਆਂ ਕਿ ਤੁਸੀਂ ਜਿਹੜੇ ਸਾਈਡਾਂ ਦੇ ਉੱਤੇ ਬਟਨ ਹੁੰਦੇ ਉਹਨਾਂ ਨੂੰ 2 ਵਾਰੀ ਪ੍ਰੈਸ ਕਰ ਦਿਓ ਜਾਂ 5 ਵਾਰੀ ਪ੍ਰੈਸ ਕਰ ਦਿਓ, ਜਾਂ ਕਿਸੇ ਫੋਨ ਦੇ ਪਿੱਛੇ ਤੁਸੀਂ ਟੈਪ ਕਰ ਦਿਓ ਜ਼ੋਰ ਲਾ ਕੇ ਥੋੜ੍ਹਾ ਜਿਹਾ, ਜਾਂ ਉਹ ਫੋਨ ਤੁਹਾਡਾ ਰੱਖਣ ਲੱਗੇ ਕਿਸੇ ਵੇਲੇ ਟੈਪ ਹੋ ਗਿਆ, ਜੇ ਤੁਸੀਂ ਉਹ ਫੀਚਰ ਐਕਟੀਵੇਟ ਕੀਤਾ ਹੈ ਤਾਂ ਸਿੱਧਾ ਐਮਰਜੈਂਸੀ ਕਾਲ ਹੋ ਜਾਂਦੀ ਹੈ। ਤੇ ਉਹ ਹੁਣ ਹੁੰਦੀ ਤਾਂ ਗਲਤੀ ਨਾਲ ਆ, ਪਰ ਜਿਹੜੀ ਵਿਪਤਾ ਆ ਉਹ ਪੁਲਿਸ ਨੂੰ ਪੈਂਦੀ ਆ। ਉਹ ਇਹਨਾਂ ਨੂੰ ਐਕਸੀਡੈਂਟ ਜਿਹੜੇ ਕਾਲਰ ਨੇ ਇਹਨਾਂ ਨੂੰ ਕਹਿ ਰਹੇ ਆ ਕਿ ਜੇ ਇੱਦਾਂ ਹੋ ਗਈ ਆ ਤਾਂ ਉਹਦੇ ਨਾਲ ਲਾਈਨ ਦੇ ਉੱਤੇ ਰਹੋ ਡਿਸਪੈਚਰ ਦੇ ਨਾਲ, ਤਾਂ ਕਿ ਉਹਨੂੰ ਤਾਂ ਯਕੀਨ ਹੋ ਜਾਵੇ ਨਾ ਵੀ ਇਹ ਗਲਤੀ ਨਾਲ ਹੋਇਆ। ਤੁਹਾਡੇ ਹੋ ਸਕਦਾ ਕਿਸੇ ਨੂੰ ਲੋੜ ਹੋਵੇ ਤੇ ਉਹਦਾ ਫੋਨ ਕੱਟਿਆ ਗਿਆ, ਸੋ ਜਦੋਂ ਇੱਕ ਵਾਰੀ 911 ਹੋ ਜਾਂਦਾ ਇਹਨੂੰ ਆਉਣਾ ਤਾਂ ਪੈਂਦਾ ਹੀ ਆ। ਇਹ ਯਕੀਨੀ ਬਣਾਉਣ ਦੇ ਲਈ ਵੀ ਉੱਥੇ ਕੋਈ ਵੀ ਮੰਦਭਾਗੀ ਘਟਨਾ ਨਹੀਂ ਵਾਪਰੀ। ਸੋ BCRCMP ਇਹ ਖਾਸ ਤੌਰ ਦੇ ਉੱਤੇ ਕਹਿ ਰਹੀ ਆ ਕਿ ਡਿਸਪੈਚਰ ਦੇ ਸਵਾਲਾਂ ਦੇ ਜਵਾਬ ਦਿਓ, ਜੇ ਉਹ ਦੁਬਾਰਾ ਕਾਲ ਕਰਦੇ ਆ ਚੱਕੋ, ਤੇ ਜਿਹੜੀ ਇਹ ਐਮਰਜੈਂਸੀ SOS ਆ ਇਹਨੂੰ ਠੀਕ ਕਰਕੇ ਰੱਖੋ। ਇਹ ਤੁਹਾਡੇ ਫੋਨ ਦੇ ਵਿੱਚ ਆਟੋਮੈਟਿਕਲੀ ਕਈ ਵਾਰੀ ਐਕਟੀਵੇਟ ਹੋਈ ਹੁੰਦੀ ਆ, ਉਹ ਤੁਸੀਂ ਸੈਟਿੰਗਸ ਦੇ ਵਿੱਚ ਜਾ ਕੇ ਜਿਹੜੀਆਂ ਐਮਰਜੈਂਸੀ ਕਾਲਸ ਆ ਉਹਦੇ ਵਿੱਚ ਜਾ ਕੇ ਉਹਨੂੰ ਕੰਟਰੋਲ ਕਰ ਸਕਦੇ ਆ, ਮੈਨੇਜ ਕਰ ਸਕਦੇ ਆ। ਤੇ ਹੁਣ ਜਦੋਂ ਇੱਕ ਵਾਰੀ ਡਾਇਲ ਕਰ ਲਿਆ ਆ ਤੇ ਉਹਦੇ ਜਾਂ ਹੋ ਗਿਆ ਬਾਈ ਚਾਂਸ, ਮਤਲਬ ਇਹ ਬਹੁਤ ਇੱਕ ਟ੍ਰਿਕੀ ਚੀਜ਼ ਆ ਵੀ ਜਦੋਂ ਅਸੀਂ ਬੋਲ ਹੀ ਦਿੰਦੇ, ਕੋਈ ਬੰਦਾ ਵੈਸੇ ਹੀ ਕਹਿੰਦਾ ਵੀ ਮੈਂ ਉਸ ਵੇਲੇ ਜਾਂ ਮੈਂ ਤੁਹਾਡੇ ਨਾਲ ਖਬਰਾਂ ਹੀ ਕਰ ਰਿਹਾ ਤੇ ਇੱਥੇ ਕਾਲ 911 ਬੋਲ ਰਿਹਾ, ਜੇ ਉਹ ਫੋਨ ਸੁਣ ਲੈਂਦਾ ਹੈ ਤੇ ਉਹਦੇ ਵਿੱਚੋਂ ਐਕਟੀਵੇਟ ਹੋਇਆ ਤਾਂ ਉਸੇ ਵੇਲੇ ਡਾਇਲ ਕਰ ਦਿੰਦਾ। ਸੋ ਇਸ ਕਰਕੇ ਇਸ ਫੀਚਰ ਤੋਂ ਖਾਸ ਤੌਰ ਦੇ ਉੱਤੇ ਬਚਣਾ ਚਾਹੀਦਾ। ਇਹਨੂੰ ਹੈ ਤੇ ਇਹ ਫੀਚਰ ਇਸ ਗੱਲ ਦੇ ਲਈ ਵੀ ਐਮਰਜੈਂਸੀ ਦੇ ਵਿੱਚ ਆ, ਐਮਰਜੈਂਸੀ ਬੰਦੇ ਨੂੰ ਕੁਝ ਵੀ ਹੋ ਸਕਦਾ ਤੇ ਉਸ ਵੇਲੇ ਫਿਰ ਉਹ ਫੋਨ ਕੱਢ ਕੇ ਉਹਨੂੰ ਅਨਲੌਕ ਕਰਕੇ ਤੇ ਡਾਇਲ ਕਰਨ ਦੀ ਬਜਾਏ ਫੋਨ ਵਾਲਿਆਂ ਨੇ ਇੱਕ ਫੀਚਰ ਉਹਦੇ ਵਿੱਚ ਪਾ ਦਿੱਤਾ ਕਿ ਤੁਸੀਂ ਸਾਈਡ ਦੇ ਬਟਨ ਦੱਬ ਦਿਓ ਜਾਂ ਤੁਸੀਂ ਕਰਦੇ ਹੋ ਤੇ ਤੁਹਾਡੀ ਉਹ ਕਾਲ ਹੋ ਜਾਵੇ, ਤੁਸੀਂ ਜੇ ਕਿਸੇ ਸਮੱਸਿਆ ਦੇ ਵਿੱਚ ਘਿਰੇ ਆ ਤੇ ਉੱਥੋਂ ਤੁਸੀਂ ਨਿਕਲ ਜਾਓਗੇ। ਪਰ ਉਹਦੇ ਨਾਲ ਜਿਹੜੀਆਂ ਬਾਈ ਚਾਂਸ ਇਹ ਗਲਤੀਆਂ ਹੋ ਰਹੀਆਂ ਇਹ ਜ਼ਿਆਦਾ ਆ। ਜਿਹੜੇ ਇਹਨਾਂ ਨੇ ਸਲਾਹ ਇਹ ਦਿੱਤੀ ਹੈ ਕਿ ਸੈਟਿੰਗ ਦੇ ਵਿੱਚ ਜਾਓ, ਸੈਟਿੰਗ ਦੇ ਵਿੱਚ ਜਾ ਕੇ ਉੱਥੇ ਸੇਫਟੀ ਤੇ ਐਮਰਜੈਂਸੀ ਸੈਕਸ਼ਨ ਆ, ਉਹਦੇ ਵਿੱਚ ਜਿਹੜਾ ਉਹ ਟੌਗਲ ਆ ਉਹਨੂੰ ਸਲਾਈਡ ਕਰ ਦਿਓ, ਐਮਰਜੈਂਸੀ SOS ਫੀਚਰ ਆਫ, ਉਹ ਤੁਸੀਂ ਸੈਟਿੰਗਸ ਦੇ ਵਿੱਚ ਜਾ ਕੇ ਸੇਫਟੀ ਐਂਡ ਐਮਰਜੈਂਸੀ ਸੈਕਸ਼ਨ ਦੇ ਵਿੱਚ ਜਾ ਕੇ ਇਸ ਫੀਚਰ ਨੂੰ ਆਫ ਕਰ ਸਕਦੇ ਆ, ਤਾਂ ਜਿਹੜਾ ਗਲਤੀ ਨਾਲ ਤੁਹਾਡਾ ਫੋਨ ਡਾਇਲ ਹੁੰਦਾ 911 ਨੂੰ ਉਹਦੇ ਤੋਂ ਬਚਾਅ ਹੋ ਸਕਦਾ। ਇਹ ਕਿਉਂਕਿ ਬਹੁਤ ਜ਼ਰੂਰੀ ਸੇਵਾ ਆ ਤੇ ਇਹਦੇ ਵਿੱਚ ਕਈ ਲੋਕ ਗਲਤੀ ਨਾਲ ਹੋ ਜਾਂਦਾ ਫੋਨ, ਤੇ ਕਈ ਵਾਰੀ ਕਈ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇੱਥੇ ਕਰਨਾ ਕੀ ਆ। ਪਿੱਛੇ ਜਿਹੇ ਜਿਹੜੇ BC ਐਮਰਜੈਂਸੀ ਡਿਸਪੈਚ ਸੈਂਟਰ ਆ ਉਹਨਾਂ ਨੇ ਕਿਹਾ ਸੀਗਾ ਇਹ ਕਿ ਐਨੂਅਲ ਉਹਨਾਂ ਨੇ ਲਿਸਟ ਜਾਰੀ ਕੀਤੀ ਸੀ ਇੱਕ, ਵੀ ਸਾਨੂੰ ਜਿਹੜੀਆਂ ਅਨਸੈਸਰੀ ਕਾਲਸ ਨੇ ਉਹ ਬਹੁਤ ਆਉਂਦੀਆਂ, ਕਿੱਥੇ ਤੁਸੀਂ ਡਾਇਲ ਕਰਨਾ ਆ ਇਸ ਗੱਲ ਦਾ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਤਾਂ ਕਿ ਉਹਨਾਂ ਦਾ ਸਮਾਂ ਬਚ ਜਾਵੇ।
ਕਿਉਂਕਿ ਸਟਾਫ ਪਹਿਲਾਂ ਹੀ ਪੂਰਾ ਹੈ ਸਾਰੇ ਪ੍ਰੋਵਿੰਸਸ ਦੇ ਵਿੱਚ ਹੀ, ਤੇ ਜੇ ਸੱਚਮੁੱਚ ਕੋਈ ਲੋੜੀਂਦਾ ਬੰਦਾ ਰਹਿ ਜਾਂਦਾ ਤਾਂ ਉਸ ਵੇਲੇ ਨੁਕਸਾਨ ਹੁੰਦਾ ਆ। ਹੁਣ ਕਈ ਲੋਕ ਉਹਨਾਂ ਨੇ ਨਾ ਇੱਕ ਲਿਸਟ ਦੱਸੀ ਸੀ ਉਦੋਂ, ਜਦੋਂ ਪਿਛਲੇ ਸਾਲ ਦੀ ਜਿਹੜੀ ਜਾਰੀ ਕੀਤੀ ਸੀ, ਤੁਹਾਨੂੰ ਯਾਦ ਹੋਊਗਾ ਕਿ ਲੋਕ ਇਸ ਕੰਮ ਦੇ ਲਈ ਵੀ ਜਿਹੜੇ 2022 ਦੇ ਵਿੱਚ ਲੋਕਾਂ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ ਫੋਨ ਕੀਤਾ ਸੀ ਵੀ ਗੈਸ ਸਟੇਸ਼ਨ ਦੇ ਉੱਤੇ ਬੰਦਾ ਖੜਾ, ਉਹ ਗੈਸ ਪਾਉਣ ਲੱਗਿਆ, ਉਹਦੀ ਨੋਜ਼ਲ ਕੰਮ ਨਹੀਂ ਕਰਦੀ, ਉਹਨੇ ਐਮਰਜੈਂਸੀ ਕਾਲ ਕਰਤੀ ਜੀ ਮੇਰੀ ਇਹਦੀ ਨੋਜ਼ਲ ਕੰਮ ਨਹੀਂ ਕਰਦੀ। ਇੱਕ ਬੰਦੇ ਦਾ ਟਾਇਰ ਫਲੈਟ ਹੋ ਗਿਆ, ਉਹਨੇ ਕਰਤਾ ਮੇਰਾ ਟਾਇਰ ਪੈਂਚਰ ਹੋ ਗਿਆ, ਇੱਥੇ ਆ ਕੇ ਤੁਸੀਂ ਕੁਛ ਕਰੋ। ਬਾਸਕਟਬਾਲ ਖੇਡ ਰਿਹਾ ਜੀ ਪਬਲਿਕ ਕੋਰਟ ਦੇ ਉੱਤੇ, ਰਾਤ ਨੂੰ ਕੋਈ ਇਹ ਵੀ ਫੋਨ ਕਰ ਦਿੱਤਾ ਕਿਸੇ ਨੇ ਇਹ ਕਿਹਾ ਸੀ ਕਿ ਜਿਹੜਾ ਉਹ ਕੋਈ ਵਿਅਕਤੀ ਆ ਉਹਦਾ ਗਾਰਬੇਜ ਬਿਨ ਯੂਜ਼ ਕਰੀ ਜਾਂਦਾ, ਉਹਦੇ ਗਾਰਬੇਜ ਬਿਨ 'ਚ ਗਾਰਬੇਜ ਸਿੱਟ ਗਿਆ। ਕਿਸੇ ਨੇ ਇਹ ਵੀ ਕੀਤਾ ਸੀ ਵੀ ਜਿਹੜੇ ਬੱਚੇ ਆ ਇਹ ਪਲੇਗਰਾਊਂਡ ਦੇ ਉੱਤੇ ਚਾਕ ਦੇ ਨਾਲ ਡਰਾ ਕਰੀ ਜਾਂਦੇ, ਵਾਹੀ ਜਾਂਦੇ ਆ। ਕਿਸੇ ਦਾ ਬੈਂਚ ਦੇ ਵਿੱਚ ਫੋਨ ਫਸ ਗਿਆ, ਉਹਨੇ ਵੀ ਕਿਹਾ ਸਾਡਾ ਫੋਨ ਬੈਂਚ 'ਚ ਫਸਿਆ ਤੇ ਐਮਰਜੈਂਸੀ ਕਾਲ ਕਰ ਦਿੱਤੀ। ਤੇ ਕੁਛ ਲੋਕਾਂ ਨੇ ਪੁੱਛਿਆ ਸੀ ਕਿ ਜਿਹੜੀ 911 ਹੈਗਾ ਆ ਕਿ ਉਹਨਾਂ ਦੀ ਜਿਹੜੀ ਵਾਈਪਰ ਆ ਉਹਦੇ ਵਿੰਡੋ ਦੇ ਉਹ ਟੁੱਟੇ ਆ, ਇਸ ਗੱਲ ਕਰਕੇ ਵੀ। ਤੇ ਜਿਹੜਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਦੋਂ ਬਚਾ ਰੱਖਿਆ ਜਾਵੇ, ਸਿਰਫ ਜ਼ਰੂਰੀ ਕੰਮਾਂ ਦੇ ਲਈ ਫੋਨ ਕੀਤਾ ਜਾਵੇ, ਤੇ ਜੇ ਗਲਤੀ ਨਾਲ ਫੋਨ ਮਿਲ ਜਾਂਦਾ ਹੈ ਤਾਂ ਉਸ ਲਾਈਨ ਦੇ ਉੱਤੇ ਰਿਹਾ ਜਾਵੇ। ਅਗਲੀ ਗੱਲਬਾਤ ਕਲਾਸਰੂਮਸ ਦੇ ਬਾਰੇ ਆ। ਇਸ ਵੇਲੇ ਤੁਹਾਨੂੰ ਪਤਾ ਕਿ ਅਨਸੀਜ਼ਨਲੀ ਹੀਟ ਆ, ਵਾਰਮਰ ਟੈਂਪਰੇਚਰ ਆ, ਗਰਮੀ ਆਮ ਨਾਲੋਂ ਜ਼ਿਆਦਾ ਪੈ ਰਹੀ ਆ ਮੈਟਰੋ ਵੈਨਕੂਵਰ ਸਾਰੇ ਏਰੀਆ ਦੇ ਵਿੱਚ। ਚਿੰਤਾ ਪੈਦਾ ਕੀਤੀ ਹੈ, ਏਸੀ ਲੋਕਾਂ ਨੇ ਘਰਾਂ ਦੇ ਵਿੱਚ ਲਿਆਉਣੇ ਸ਼ੁਰੂ ਕਰ ਦਿੱਤੇ ਆ। 2 ਸਾਲ ਪਹਿਲਾਂ ਦੇ ਡਰੇ ਆ, ਹੁਣ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਤੇ ਹਰ ਘਰ ਦੇ ਵਿੱਚ ਸੈਂਟਰਲਾਈਜ਼ ਏਅਰ ਕੰਡੀਸ਼ਨ ਹੋ ਹੀ ਜਾਣਾ ਇੱਥੇ, ਜਿੰਨੀ ਗਰਮੀ ਪੈ ਰਹੀ ਆ। ਸਕੂਲਾਂ ਦੇ ਵਿੱਚ ਸਮੱਸਿਆ ਆ ਰਹੀ ਹੈ ਇਸ ਵੇਲੇ। ਨਿਊ ਵੈਸਟਮਿਨਸਟਰ ਦੇ ਟੀਚਰ ਕਹਿੰਦੇ ਆ ਵੀ ਕਲਾਸਰੂਮਾਂ ਦੇ ਵਿੱਚ ਗਰਮੀ ਬਹੁਤ ਆ, 30 ਡਿਗਰੀ ਤੋਂ ਜ਼ਿਆਦਾ ਟੈਂਪਰੇਚਰ ਆ, ਸਾਡਾ ਕੁਝ ਕੀਤਾ ਜਾਵੇ। ਕਈ ਸਕੂਲਾਂ ਦੇ ਵਿੱਚ ਸ਼ੀਸ਼ੇ ਵਾਂਗੂ ਮਤਲਬ ਲੱਗਾ ਆ ਤੇ ਉਹ ਗਰਮੀ ਇੰਨੀ ਜ਼ਿਆਦਾ ਹੈ ਉੱਥੇ ਕਿ ਨਿਆਣਿਆਂ ਤੋਂ ਬਰਦਾਸ਼ਤ ਨਹੀਂ ਹੋ ਰਹੀ। ਏਸੀ ਹੈ ਨਹੀਂ ਸਕੂਲਾਂ ਦੇ ਵਿੱਚ, ਸਾਰਿਆਂ ਦੇ ਵਿੱਚ ਕਿਤੇ ਇਸ ਕਿਸਮ ਦੀ ਹੈ ਨਹੀਂ, ਨਾ ਹੀ ਇੱਥੇ ਇੰਨੀ ਜ਼ਿਆਦਾ ਗਰਮੀ ਪੈਂਦੀ ਆ। ਗਰਮੀਆਂ ਨੂੰ ਛੁੱਟੀਆਂ ਹੋ ਜਾਂਦੀਆਂ, ਪਰ ਛੁੱਟੀਆਂ ਹੋਣ ਦੇ ਵਿੱਚ ਹਜੇ ਮਹੀਨਾ ਪਿਆ, ਮਹੀਨਾ ਤੋਂ ਵੀ ਜ਼ਿਆਦਾ ਪਿਆ। ਜੂਨ ਦੇ ਐਂਡ ਦੇ ਵਿੱਚ ਜਾ ਕੇ ਛੁੱਟੀਆਂ ਹੋਣੀਆਂ ਹੁੰਦੀਆਂ, ਉਦੋਂ ਤੱਕ ਗਰਮੀ ਨੇ ਸਕੂਲਾਂ ਦੇ ਵਿੱਚ ਬੁਰਾ ਹਾਲ ਕੀਤਾ ਆ। ਨਿਊ ਵੈਸਟਮਿਨਸਟਰ ਦੇ ਵਿੱਚ ਤਾਂ ਹੋਰ ਸਮੱਸਿਆ ਹੈ ਵੀ ਇਹ ਕਲਾਸਰੂਮ ਜਿਹੜੇ ਰੈਗੂਲਰ ਕਲਾਸਰੂਮ ਨੇ ਉਹਨਾਂ ਦੇ ਵਿੱਚ ਗਰਮੀ ਪੈ ਰਹੀ ਆ। ਸਰੀ ਦੇ ਵਿੱਚ ਉਲਟੀ ਸਮੱਸਿਆ ਆਈ ਆ ਵੀ ਜਿਹੜੀਆਂ ਇਹ ਆਪਣੀਆਂ ਪੋਰਟੇਬਲਸ ਨੇ, ਪੋਰਟੇਬਲਸ ਦੇ ਵਿੱਚ ਜ਼ਿਆਦਾ ਸਮੱਸਿਆ ਆ ਰਹੀ ਹੈ, ਕਿਉਂਕਿ ਪੋਰਟੇਬਲਸ ਇੱਕ ਤਾਂ ਵੈਸੇ ਉਹਦੇ ਆਲੇ ਦੁਆਲੇ ਕਿਹੜਾ ਕੋਈ ਕੰਕਰੀਟ ਜਾਂ ਕੋਈ ਜਿਹੜੀ ਦੂਜੇ ਕਿਸਮ ਦੀ ਦੀਵਾਰ ਹੁੰਦੀ ਆ, ਉਹ ਤਾਂ ਸਿੰਪਲ ਇੱਕ ਜਿਹੜਾ ਜਿਵੇਂ ਕੰਟੇਨਰ ਹੁੰਦਾ ਉਹ ਪਿਆ ਹੁੰਦਾ, ਅਤੇ ਦੂਜਾ ਉਹਦੇ ਆਲੇ ਦੁਆਲੇ ਬਿਲਡਿੰਗ ਕੋਈ ਨਹੀਂ ਹੁੰਦੀ। ਮਤਲਬ ਇੱਕ ਕਮਰਾ ਜਿਹੜਾ ਬਾਕੀ ਕਮਰਿਆਂ ਦੇ ਵਿੱਚ ਘਿਰਿਆ, ਉੱਥੇ ਧੁੱਪ ਘੱਟ ਪੈਂਦੀ ਹੈ, ਵੈਸੇ ਥੋੜ੍ਹੀ ਜਿਹੀ ਠੰਡ ਰਹਿੰਦੀ ਹੈ। ਜਿਹੜਾ ਪੋਰਟੇਬਲ ਬਾਹਰ ਵੱਖਰਾ ਪਿਆ ਬਿਲਕੁਲ, ਉੱਥੇ ਸਿੱਧੀ ਚਾਰੇ ਪਾਸੇ ਧੁੱਪ ਪੈ ਰਹੀ ਆ ਅਤੇ ਉਹ ਜ਼ਿਆਦਾ ਗਰਮ ਹੋ ਜਾਂਦਾ। ਜਿਹੜੇ ਸਾਰੀ ਟੀਚਰ ਐਸੋਸੀਏਸ਼ਨ ਆ, ਉਹਨਾਂ ਨੇ ਹੁਣ ਇਹ ਕਿਹਾ ਕਿ ਇਸ ਵੇਲੇ ਜਿਹੜੀ 20 ਸਕੂਲਸ ਨੇ ਡਿਸਟ੍ਰਿਕਟਸ ਦੇ ਵਿੱਚ, ਅਤੇ ਉਹਨਾਂ ਨੇ ਇਹਦੇ ਬਾਰੇ ਆਪਣਾ ਜਿਹੜਾ ਇੱਕ ਮਤਲਬ ਕੰਸਰਨ ਦੱਸਿਆ ਆ, ਆਪਣੀ ਚਿੰਤਾ ਦੱਸੀ ਆ ਕਿ ਇਹ ਜਿਹੜੇ ਸਟੈਂਡ ਅਲੋਨ ਸਟਰਕਚਰਸ ਨੇ ਇਹਨਾਂ ਦੇ ਵਿੱਚ ਗਰਮੀ ਜ਼ਿਆਦਾ ਹੋ ਰਹੀ ਆ। ਅਤੇ ਜਿਹੜੇ ਹੁਣ ਬੱਚਿਆਂ ਦੀ ਸੇਫਟੀ ਕਿਉਂਕਿ ਬਹੁਤ ਵੱਡੀ ਗੱਲਬਾਤ ਆ, ਅਤੇ ਇੱਥੇ ਇਸ ਦਿਸ਼ਾ ਦੇ ਵਿੱਚ ਕੋਈ ਨਾ ਕੋਈ ਗੱਲਬਾਤ ਜ਼ਰੂਰ ਹੋਣੀ ਚਾਹੀਦੀ ਆ। ਜਿਵੇਂ ਬਲਾਈਂਡ ਕਲੋਜ਼ ਕਰ ਲੈਂਦੇ ਆ, ਜਾਂ ਬਾਹਰ ਕੇਸ ਵੇਲੇ ਜਾਣਾ, ਸ਼ੇਡ ਦੇ ਵਿੱਚ ਬਾਹਰ ਜਾਣਾ, ਕਾਫੀ ਸਾਰਾ ਪਾਣੀ ਪੀਣਾ, ਹੋਰ ਚੀਜ਼ਾਂ ਕਰਨੀਆਂ, ਪਰ ਇਹ ਗਰਮੀ ਜਿਹੜੀ ਇਸ ਵੇਲੇ ਬੁਰੀ ਹਾਲਤ ਬੱਚਿਆਂ ਦੀ ਕਰ ਰਹੀ ਆ। ਕੂਲਰ ਸਪੇਸ ਦੀ ਆਪਸ਼ਨ ਹੈ ਨਹੀਂ ਵੀ ਕਿੱਥੇ ਜਾਣ, ਉਹ ਜਿਹੜੇ ਹੈਗੇ ਆ ਟੈਂਪਰੇਚਰ ਪੋਰਟੇਬਲ ਕਲਾਸਰੂਮ ਦੇ ਵਿੱਚ ਅੰਦਰ ਵੱਧ ਰਿਹਾ ਔਰ 30 ਡਿਗਰੀ ਤੋਂ ਉੱਤੇ ਹੋ ਰਿਹਾ। ਇਹ ਵੀ ਇੱਕ ਜਿਹੜੀ ਉਹਦੇ ਨਾਲ ਫਿਰ ਕਈ ਵਾਰੀ ਬੱਚਿਆਂ ਦਾ ਸਿਰ ਦੁਖਣ ਲੱਗ ਜਾਂਦਾ, ਨੌਜ਼ੀਆ ਹੋ ਜਾਂਦਾ, ਉਹਨਾਂ ਦੇ ਮੂਡ ਦੇ ਉੱਤੇ ਇਫੈਕਟ ਪੈਂਦਾ, ਚਿੜਚਿੜੇ ਹੋ ਜਾਂਦੇ ਨਿਆਣੇ ਗਰਮੀ ਦੇ ਵਿੱਚ, ਮਤਲਬ ਕਈ ਤਰ੍ਹਾਂ ਦੇ ਉਹਨਾਂ ਦੇ ਵਿਹਾਰ ਦੇ ਵਿੱਚ ਤਬਦੀਲੀਆਂ ਆ ਜਾਂਦੀਆਂ। ਅਤੇ ਉਹ ਟੀਚਰ ਹੁਣ ਕਹਿ ਰਿਹਾ ਕਿ ਓਵਰ ਹੀਟਿੰਗ ਤੋਂ ਬਚਾਇਆ ਜਾਵੇ, ਕੁਛ ਨਾ ਕੁਛ ਇਹਦਾ ਹੱਲ ਕੀਤਾ ਜਾਵੇ। ਬੱਚਿਆਂ ਦੀ ਸਿਹਤ ਨੂੰ ਲੈ ਕੇ ਅਧਿਆਪਕ ਚਿੰਤਾ ਦੇ ਵਿੱਚ ਨੇ, ਜਿੱਥੇ ਕਿ ਇਸ ਵੇਲੇ ਜਿਹੜਾ ਵੱਡੀ ਸਮੱਸਿਆ ਪੈਦਾ ਹੋ ਰਹੀ ਆ ਸਰੀ ਦੇ ਵਿੱਚ ਪੋਰਟੇਬਲਸ ਦੇ ਵਿੱਚ। ਪੋਰਟੇਬਲਸ ਦੂਜੀਆਂ ਕਲਾਸਰੂਮਸ ਨਾਲੋਂ ਜ਼ਿਆਦਾ ਗਰਮੀ ਆ ਉੱਥੇ ਬੱਚਿਆਂ ਨੂੰ, ਜਦੋਂ ਵੀ ਬੱਚੇ ਉੱਥੇ ਜਾਂਦੇ ਆ ਤਾਂ ਉੱਥੇ ਸਮੱਸਿਆ ਆਉਂਦੀ ਆ। ਫਲੈਟ ਰੂਫ ਹੁੰਦੀ ਆ, ਅਤੇ ਜਿਹੜੀ ਸਿਰਫ 4 ਕੰਧਾਂ ਹੁੰਦੀਆਂ ਅਤੇ ਸਿੱਧੀ ਸੂਰਜ ਦੀ ਰੌਸ਼ਨੀ ਉੱਥੇ ਪੈਂਦੀ ਆ, ਅਤੇ ਉਹ ਕਹਿੰਦੇ ਜਿੰਨੀ ਜਲਦੀ ਹੋ ਸਕਦਾ ਇਹਦਾ ਕੁਛ ਨਾ ਕੁਛ ਕਰਨਾ ਚਾਹੀਦਾ ਆ। ਜਿਹੜੇ ਸਰੀ ਦੇ ਵਿੱਚ ਜਦੋਂ ਹੀਟ ਡੋਮ 2021 ਦੇ ਵਿੱਚ ਬਣਿਆ ਸੀ, ਉਸ ਵੇਲੇ ਵੀ ਲਗਭਗ ਇੱਦਾਂ ਦੀ ਹਾਲਤ ਬਣੀ ਸੀ, ਔਰ ਤੁਹਾਨੂੰ ਪਤਾ 600 ਦੇ ਕਰੀਬ ਮੌਤ ਹੋਈ ਸੀ ਇੱਥੇ ਲੋਕਾਂ ਦੀ ਉਸ ਗਰਮੀ ਦੇ ਕਾਰਨ। ਉਹ ਚਿੰਤਾ ਵੀ ਇਸ ਵੇਲੇ ਟੀਚਰਾਂ ਨੂੰ ਪਈ ਆ
ਕਿ ਇਹਦੇ ਨਾਲ ਬੱਚਿਆਂ ਦੀ ਸਿਹਤ ਦਾ ਕੋਈ ਨੁਕਸਾਨ ਨਾ ਹੋਵੇ। ਕੋਈ ਨਾ ਕੋਈ ਪ੍ਰਬੰਧ ਇਹਦਾ ਜ਼ਰੂਰ ਹੋਣਾ ਚਾਹੀਦਾ, ਪਰ ਪ੍ਰਬੰਧ ਹੋ ਨਹੀਂ ਸਕਦਾ ਕਿਉਂਕਿ ਪੋਰਟੇਬਲਸ ਜਿਹੜੇ ਆ ਉਹ ਇੱਕ ਜ਼ਰੂਰੀ ਲੋੜ ਬਣ ਚੁੱਕਿਆ। ਇਹਦੇ ਤੋਂ ਬਿਨਾਂ ਬੱਚਿਆਂ ਦੇ ਬੈਠਣ ਲਈ ਸਕੂਲਾਂ ਦੇ ਵਿੱਚ ਥਾਂ ਨਹੀਂ ਹੈ। ਅਗਲੀ ਗੱਲਬਾਤ ਜਿਹੜੀ ਆ ਉਹ ਪਰਮਾਨੈਂਟ ਰੈਜ਼ੀਡੈਂਸੀ ਬਾਰੇ ਆ। ਸਰਕਾਰ ਨੇ 90,000 ਲੋਕਾਂ ਨੂੰ PR ਦੇਣ ਦੇ ਲਈ ਇੱਕ ਪ੍ਰੋਗਰਾਮ ਚਲਾਇਆ ਸੀ, ਜਿਹਨੂੰ TR to PR ਕਿਹਾ ਜਾਂਦਾ ਸੀ। 1.5 ਸਾਲ ਪਹਿਲਾਂ ਚੱਲਿਆ ਸੀ, ਬਾਅਦ 'ਚ ਬੰਦ ਵੀ ਹੋ ਗਿਆ ਸੀ, ਪਰ ਹਜੇ ਤੱਕ ਵੀ ਕਹਿੰਦੇ ਉਹ ਜਿਹੜੇ ਲੋਕਾਂ ਦੀ TR ਸੀਗੀ ਉਹ PR ਉਡੀਕੀ ਜਾਂਦੇ ਆ ਤੇ PR ਹੋਈ ਨਹੀਂ। ਕਈ ਵਾਰੀ ਇਹ ਚਿੰਤਾ ਪੈਦਾ ਹੁੰਦੀ ਹੈ ਲੋਕਾਂ ਨੂੰ ਕਿ ਜਿਹੜਾ ਪ੍ਰੋਸੈਸ ਆ ਉਹਨੂੰ ਤੇਜ਼ ਕੀਤਾ ਜਾਣਾ ਚਾਹੀਦਾ, ਜਾਂ ਘੱਟੋ ਘੱਟ ਲੋਕਾਂ ਨੂੰ ਅਪਡੇਟ ਹੋਣੀ ਚਾਹੀਦੀ ਵੀ ਸਾਡੀ ਫਾਈਲ ਕਿੱਥੇ ਕਿ ਚਲੇਗੀ, ਇਹਦਾ ਬਣਿਆ ਕੀ ਆ। ਉਹ TR to PR ਵਾਲੇ ਹਜੇ ਤੱਕ ਉਡੀਕੀ ਜਾਂਦੇ ਆ। ਇਮੀਗ੍ਰੇਸ਼ਨ ਮਿਨਿਸਟਰੀ ਨੇ 6 ਮਈ ਨੂੰ TR to PR ਪ੍ਰੋਗਰਾਮ ਪਿਛਲੇ ਸਾਲ ਸ਼ੁਰੂ ਕੀਤਾ ਸੀ, ਜਿਹਦੇ ਤਹਿਤ ਇਹ ਕਿਹਾ ਸੀ ਕਿ ਜਿਹੜੇ ਖੇਤਰਾਂ ਦੇ ਵਿੱਚ ਕੰਮ ਕਰਦੇ ਆ ਲੋਕ, ਉਹਨਾਂ ਨੂੰ ਕੈਨੇਡਾ ਦੀ ਜਿਹੜੀ PR ਦੇਣ ਦੇ ਲਈ ਅਪਲਾਈ ਕਰਨ ਦੇ ਉਹਦਾ ਮੌਕਾ ਦਿੱਤਾ ਜਾਊਗਾ। ਪ੍ਰੋਗਰਾਮ ਦੇ ਤਹਿਤ ਕੈਨੇਡਾ ਦੇ ਵਿੱਚ ਰਹਿੰਦੇ 90,000 ਲੋਕਾਂ ਨੂੰ PR ਦੇਣ ਦਾ ਇਹਨਾਂ ਨੇ ਪ੍ਰੋਗਰਾਮ ਬਣਾਇਆ ਸੀ। ਜਿਹੜੀਆਂ ਕੁਝ ਅੱਗੇ ਇਹਨਾਂ ਦੀਆਂ ਕੈਟਾਗਰੀਜ਼ ਕੀਤੀਆਂ ਸੀ ਇਹਨਾਂ ਨੇ ਕਿ ਜਿਹੜੇ ਪੜ੍ਹਾਈ ਪੂਰੀ ਕਰ ਲਈ ਇੰਟਰਨੈਸ਼ਨਲ ਸਟੂਡੈਂਟਸ ਆ, 40,000 ਐਪਲੀਕੇਸ਼ਨ ਉਹਨਾਂ ਦੀ ਸੀਗੀ ਜਿਹੜੀਆਂ ਕੁਛ ਦਿਨਾਂ ਦੇ ਵਿੱਚ ਹੀ ਭਰ ਗਈਆਂ ਸੀ ਉਹ 40,000। ਹੋਰ ਬਹੁਤ ਸਾਰੇ ਇਹਨਾਂ ਦੇ ਵਰਗ ਬਣਾਏ ਗਏ ਸੀ ਅਰਜ਼ੀਆਂ ਦੇ, ਉਹ ਹਰ ਵਰਗ ਦੀ ਇੱਕ ਉਹਨਾਂ ਨੇ ਲਿਮਿਟ ਰੱਖੀ ਸੀਗੀ, ਇੱਥੇ ਤੱਕ ਆ ਸਕਦੇ ਆ। ਜਦੋਂ ਜਿਹੜੀ ਫਰੈਂਚ ਭਾਸ਼ਾ ਆ ਜਿਹੜੇ ਉਹ ਸਿੱਖਦੇ ਸੀ, ਜਿਹੜੇ ਉਸ ਕੈਟਾਗਰੀ ਦੇ ਵਿੱਚ ਆ, ਉਹਨਾਂ ਦੀ ਕੋਈ ਸੀਮਾ ਸੀ ਕਿਸੇ ਨੇ ਰੱਖੀ, ਕਿਉਂਕਿ ਫਰੈਂਚ ਭਾਸ਼ਾ ਨੂੰ ਵੀ ਪ੍ਰਮੋਟ ਕਰਨਾ ਚਾਹੁੰਦੇ ਆ ਅਤੇ ਫਰੈਂਚ ਭਾਸ਼ਾ ਦੇ ਤਹਿਤ ਜਿਹੜੇ ਲੋਕ ਆ ਉਹ ਇੱਥੇ ਆ ਸਕਦੇ ਸੀ। 6 ਮਈ ਤੋਂ ਲੈ ਕੇ 5 ਨਵੰਬਰ ਦੇ ਦਰਮਿਆਨ ਇਹਨਾਂ ਨੇ ਅਰਜ਼ੀਆਂ ਲੈਣੀਆਂ ਸੀਗੀਆਂ। ਲੱਖ ਤੋਂ ਜ਼ਿਆਦਾ ਐਪਲੀਕੇਸ਼ਨ ਉਸ ਵੇਲੇ ਇਹਨਾਂ ਨੂੰ ਮਿਲ ਗਈਆਂ। ਜਿਹੜਾ ਕੈਨੇਡਾ ਦਾ ਇਮੀਗ੍ਰੇਸ਼ਨ ਮਿਨਿਸਟਰੀ ਆ ਉਹਨਾਂ ਦੇ ਮੁਤਾਬਕ ਇਸ ਪ੍ਰੋਗਰਾਮ ਦੇ ਤਹਿਤ, ਜਿਹਦੇ ਤਹਿਤ TR to PR ਕਰ ਰਹੇ ਸੀਗੇ, 1,26,386 ਐਪਲੀਕੇਸ਼ਨ PR ਦੇ ਲਈ ਉਹਨਾਂ ਨੇ ਅਪਲਾਈ ਕੀਤਾ, ਜਿਨ੍ਹਾਂ ਦੇ ਵਿੱਚੋਂ ਫਿਲਹਾਲ 23,235 ਐਪਲੀਕੇਸ਼ਨਸ ਜਿਹੜੀਆਂ ਪ੍ਰੋਸੈਸਿੰਗ ਦੇ ਅੰਡਰ ਆ। ਜਿਹੜੀ ਜਾਣਕਾਰੀ ਹੁਣ ਮਿਲੀ ਆ, ਫਰੈਂਚ ਭਾਸ਼ਾ ਦਾ ਟੈਸਟ ਪਾਸ 8,626 ਵਿਅਕਤੀ ਆ, ਉਹਨਾਂ ਨੇ ਵੀ ਇਸ ਕੈਟਾਗਰੀ ਦੇ ਵਿੱਚ PR ਦੇ ਲਈ ਅਪਲਾਈ ਕੀਤਾ। ਕੁਛ ਅਰਜ਼ੀਆਂ ਰੱਦ ਵੀ ਹੋਈਆਂ। ਇਹਦੇ ਵਿੱਚੋਂ ਦੱਸਦੇ ਆ ਕਿ 1,622 ਐਪਲੀਕੇਸ਼ਨ ਜਿਹੜੀਆਂ ਰੱਦ ਕਰ ਦਿੱਤੀਆਂ ਗਈਆਂ ਅਤੇ 15,622 ਲੋਕਾਂ ਨੇ ਐਪਲੀਕੇਸ਼ਨਸ ਆਪਣੀਆਂ ਵਾਪਸ ਵੀ ਲੈ ਲਈਆਂ। ਕੋਈ ਕਿਸੇ ਹੋਰ ਕੈਟਾਗਰੀ ਦੇ ਵਿੱਚ ਸੀ ਜਾਂ ਕਿਸੇ ਹੋਰ ਕਾਰਨ ਕਰਕੇ 15,622 ਲੋਕਾਂ ਨੇ ਐਪਲੀਕੇਸ਼ਨ ਆਪਣੀ ਵਿਦਡਰਾ ਕਰ ਲਈ ਸੀ। ਪਰ ਕੰਸਰਨ ਇਹ ਆ ਕਿ ਜਿਹੜੇ ਲੋਕਾਂ ਨੇ ਅਪਲਾਈ ਕੀਤਾ ਸੀ ਉਹ ਵਿਚਾਰੇ ਹਜੇ ਤੱਕ ਉਡੀਕ ਰਹੇ ਆ। 90,000 ਵਿਅਕਤੀਆਂ ਨੂੰ ਇਹਨਾਂ ਦਾ ਟੀਚਾ ਸੀ ਵੀ ਅਸੀਂ PR ਦੇਣੀ ਆ, ਅਤੇ ਉਹ ਹੁਣ ਵਿਚਕਾਰ ਲਟਕ ਰਹੇ ਆ। ਨਾ ਤਾਂ ਉਹਨਾਂ ਨੂੰ ਪਤਾ ਲੱਗ ਰਿਹਾ ਵੀ ਉਹ ਇੱਧਰਲੇ ਪਾਸੇ ਆ ਜਾਂ ਉੱਧਰਲੇ ਪਾਸੇ ਆ। ਜਿਹੜੇ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਏ ਸੀ, ਆ ਕੇ ਉਹਨਾਂ ਨੇ ਫਾਈਲ ਲਾ ਦਿੱਤੀ। ਰੌਲਾ ਫਿਰ ਉਹੀ ਆ ਕਿ ਉਹਨਾਂ ਨੂੰ ਫਾਈਲ ਦੇ ਉੱਤੇ ਅਪਡੇਟ ਨਹੀਂ ਮਿਲ ਰਹੀ ਵੀ ਜਾਂ ਤਾਂ ਉਹਨਾਂ ਨੂੰ ਪਤਾ ਲੱਗ ਜੇ ਸਾਨੂੰ ਸਾਲ ਹੋਰ ਲੱਗਣਾ, 6 ਮਹੀਨੇ ਲੱਗਣੇ ਜਾਂ ਮਹੀਨਾ ਲੱਗਣਾ, ਜਾਂ ਤੁਹਾਡੇ ਤੋਂ ਅੱਗੇ ਇੰਨੇ ਲੋਕ ਆ ਇੱਥੇ ਤੱਕ ਪਹੁੰਚਿਆ, ਜਾਂ ਇੱਕ ਪਤਾ ਲੱਗ ਜਾਵੇ ਕਦੋਂ ਤੱਕ। ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਕਦੋਂ ਫੈਸਲਾ ਹੋਣਾ। ਅੱਜ ਵੀ ਹੋ ਸਕਦਾ 6 ਮਹੀਨੇ ਹੋਰ ਲੱਗ ਜਾਣ। ਸੋ ਉਹ ਜਿਹੜੀ ਇੱਕ ਅਨਸਰਟਨਟੀ ਆ, ਉਹਦੇ ਵਿੱਚ ਫਿਰ ਕੁਦਰਤੀ ਤੌਰ 'ਤੇ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ। ਅਤੇ ਹੁਣ ਇਹ ਜਿਹੜੇ ਸਟੂਡੈਂਟ ਇਹ ਵੀ ਕਹਿੰਦੇ ਆ ਕਿ ਕਿਉਂਕਿ ਉਹ PR ਉਹਨਾਂ ਦੀ ਹੁੰਦੀ ਨਹੀਂ, ਅਤੇ ਜੇ PR ਨਹੀਂ ਹੁੰਦੀ ਉਹਨਾਂ ਚਿਰ ਬਹੁਤ ਸਾਰੇ ਵਿਦਿਆਰਥੀ ਤਾਂ ਇਹੋ ਜਿਹੇ ਜਿਨ੍ਹਾਂ ਨੇ ਅੱਗੇ ਪੜ੍ਹਨਾ, ਤਾਂ ਇਹ ਸੋਚਦੇ ਆ ਵੀ ਇੱਥੇ ਤੱਕ ਪੜ੍ਹਾਈ ਕਰ ਲਈ, ਹੁਣ ਕੰਮ ਕਰ ਲਿਆ, ਹੁਣ ਪੱਕੇ ਹੋ ਜਾਵਾਂਗੇ, ਫਿਰ ਪੜ੍ਹਾਈ ਕਰਾਂਗੇ, ਕਿਉਂਕਿ ਪੜ੍ਹਾਈ ਮਹਿੰਗੀ ਬਹੁਤ ਆ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ। PR ਹੋ ਜਾਣਗੇ ਤਾਂ ਫੀਸ ਉਹਨਾਂ ਦੀ ਕਿੰਨੀ ਅੱਧੀ ਤੋਂ ਵੀ ਘੱਟ ਰਹਿ ਜਾਣੀ ਆ। ਉਹ ਹੁਣ ਜਿੰਨਾ ਚਿਰ PR ਨਹੀਂ ਹੁੰਦੇ ਉਹਨਾਂ ਚਿਰ ਉਹ ਵੀ ਨਹੀਂ ਅੱਗੇ ਐਡਮਿਸ਼ਨ ਲੈ ਸਕਦੇ। ਜਿਹੜੀਆਂ ਐਪਲੀਕੇਸ਼ਨਸ ਹੁਣ ਜਿਹੜਾ ਮਿਨਿਸਟਰੀ ਆ ਉਹ ਦੱਸਦੇ ਆ ਕਿ ਪ੍ਰੋਸੈਸਿੰਗ ਦੇ ਵਿੱਚ ਆ, ਉਹਨਾਂ ਦੇ ਲਈ ਕੈਨੇਡਾ ਦੇ ਵਿੱਚ ਰਹਿਣਾ ਲਾਜ਼ਮੀ ਨਹੀਂ, ਵੀ ਜੇ ਕਿਤੇ ਉਹਨਾਂ ਨੇ ਜਾਣਾ ਇੱਧਰ ਉੱਧਰ ਤਾਂ ਜਾ ਵੀ ਸਕਦੇ ਆ। ਪ੍ਰੋਸੈਸਿੰਗ ਚੱਲੀ ਜਾਂਦੀ ਆ, ਪਰ ਕਿਉਂਕਿ ਤੁਹਾਡੇ ਕੋਲ PR ਹੀ ਨਹੀਂ ਆ ਤਾਂ ਤੁਸੀਂ ਇਹ ਕਿੱਦਾਂ ਰਿਸਕ ਲੈ ਸਕਦੇ ਆ ਕਿ ਤੁਸੀਂ ਇੱਥੋਂ ਚਲੇ ਜਾਓ। ਬੜੇ ਲੋਕ ਨੇ ਜਿਹੜੇ ਲਗਾਤਾਰ ਇਸ PR ਦੀ ਉਡੀਕ ਕਰ ਰਹੇ ਆ। 18 ਮਹੀਨਿਆਂ ਦੇ ਵਰਕ ਪਰਮਿਟ ਦਿੱਤੇ ਜਾ ਰਹੇ ਆ ਜਿਹੜੇ PR ਦੀ ਉਡੀਕ ਕਰ ਰਹੇ ਆ। ਹੋਰ ਬੜਾ ਕੁਛ ਕੀਤਾ ਜਾ ਰਿਹਾ, ਪਰ ਇਹ ਜਿਹੜੇ ਲੋਕ ਨੇ ਚਿੰਤਾ ਦੇ ਵਿੱਚ ਨੇ ਕਿ ਘੱਟੋ ਘੱਟ ਇਹਦਾ ਬੈਕਲੌਗ ਕੱਢ ਕੇ ਫੈਸਲਾ ਜਲਦੀ ਨਿਬੇੜਿਆ ਜਾਵੇ। ਇਹਦੇ ਨਾਲ ਹੀ ਦੋਸਤੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਅਲਵਿਦਾ ਜੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।